परम सत्कारयोग साध संगत जी, रसना पवित्र कर लईए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, साखी का सिरलेख है अंदर दियां रमज़ां दा हाणी। साखी संबंधित है सरदार जतिंदरपाल सिंह जौली। दसदे हन, मैं यूनीवर्सिटी विच सां, घरों नरिंदर दा फोन आया कि कंपनी बाग लागले नामधारी शहीदी स्थान ते सागुर जगजीत सिंह जी आए हुए हैं। बसंत मेले के संबंध विच याद करते ने प्रसन्नता हुई। मैं पहुंचा तां अगे गड्डियां तैयार खड़ियां सन रवानगी लई। संगत दर्शनां लई कतारां विच रस्ते दे दोवें बन्ने हथ जोड़ी खड़ियां सन। मैं विचों लंघना उस अस्थान तक जा पुज्जा जिथे सतगुरु जी विराजमान सन। सिक्योरिटी वालियां नूं अपनी पहचान दिती। उन्हां अंदर सुनेहा भेजिया। हजूरी सेवक रछपाल सिंह बाहर आए अते मैनू अपने नाल लै तुरे। अंदरों मैंबर पार्लीमेंट श्री रघुनंदन लाल भाटिया बाहर निकल रहे सन, निहाल हो के। इंग्लैंड तो परतण उपरंत ये साडी दूसरी मिलनी सी। पिछली मिलनी गुरु नानक देव यूनीवर्सिटी के दशमेश ऑडिटोरीयम विच सतगुरु राम सिंह चेयर के समारोह वेले हुई सी, पर उदों समय की घाट कारण वधेरे गुफ्तगू नहीं सी हो सकी। पर अज समा मेहरबान सी। सतगुरु जी बड़े मोह ते अपणत नाल थापड़ा दे के निवाजिया, लागे बिठाया ते पाकिस्तान विच रह गए मित्रा दियां यादां सांझियां करन लगे। एक वारता जेड़ी दसी। एक बार किसी मिनिस्टर नूं मिलण ओ लाहौर गए उचेचे। राह विच किसी पुराने सतसंगी दा पिंड पैंदा सी, जिस दे वड्डे वडेरे भी प्रसिद्ध संगीतकार सन ते ओह खुद सागू प्रताप सिंह होरां लई साज बनाया करदे सन। उमर 120 वरियां नूं पहुंची हुई सी ते नेत्र जोतहीन। जदों दस पई कि सागू प्रताप सिंह जी दे गद्दी नशीन सागू जगजीत सिंह जी आए हुए हैं, उस दे तां जिवें अंग अंग चों अखां फुट आईयां होण। कदे गलवकड़ी पावे, कदे चरण छुए। सिर तो पैरा तक उस सतगुर जी नूं टो टो के वेख्या। मोढे तो कूणी फिर वक्खी ते फिर लक वाल हथ फेरदियां ओ आखे, ए तां हो गई मीम, ए बन गई है ते ए फिर मीम ते दाल बन गया ना मुहम्मद। मुसलमान किसी नूं मुहम्मद दे तुल नहीं गिणदे, पर ओ जरा शरा तो उचेरा हो गया सी। इसे लई उस इन्नी शरदा नाल सतगुरु जी नूं प्यार किता। सतगुरु जी आप मुहारे कह रहे सन। उन्हां दी नज़र विचली गहराई विच दी ਉਹ पल ਜਿਉਂ ਦੇ ਤਿਉਂ खड़े ਹੋਏ ਸਨ। मैं ਮੰਤਰਮੁਗਧ ਹੋਇਆ ਉਹਨਾਂ ਦੇ ਹਰ ਹਾਵ ਭਾਵ ਨੂੰ ਵਾਚ ਰਿਹਾ ਸਾਂ। ਆਲੇ ਦੁਆਲੇ ਬੈਠੇ ਵਿਸ਼ੇਸ਼ ਸੇਵਾਦਾਰਾਂ ਤੇ ਸੂਬੇ ਉਨੇ ਹੀ ਗੌਰ ਨਾਲ ਮੇਰੇ ਵੱਲ ਵੇਖ ਰਹੇ ਸਨ। ਉਮਰਾਂ ਤੇ ਰੁਤਬਿਆਂ ਦੇ ਫੇਰ ਫਰਕ ਦੇ ਬਾਵਜੂਦ ਸਾਡੀ ਮਿਲਣੀ ਇਉਂ ਸੀ ਜਿਉਂ ਦੋ ਦੋਸਤਾਂ ਦੀ ਮਿਲਣੀ ਹੋਵੇ। ਪਰ ਸਤਿਗੁਰੂ ਤਾਂ ਅੰਦਰ ਦੀਆਂ ਰਮਜ਼ਾਂ ਦੇ ਹਾਣੀ ਹੋਏ। ਕਿੰਨੀ ਦੇਰ ਆਸਫ, ਸ਼ਾਹਕਾਰ, ਅਹਿਮਦ ਸਲੀਮ ਤੇ ਅਫਜ਼ਲ ਅਹਿਸਨ ਰੰਧਾਵਾ ਬਾਰੇ ਚਰਚਾ ਹੁੰਦੀ ਰਹੀ। ਉਸ ਕਿਤਾਬ ਦੇ ਪ੍ਰੋਜੈਕਟ 'ਤੇ ਵੀ ਵਿਚਾਰਾਂ ਹੋਈਆਂ ਜੋ ਸਤਿਗੁਰੂ ਰਾਮ ਸਿੰਘ ਜੀ ਬਾਰੇ ਅਹਿਮਦ ਸਲੀਮ ਲਿਖ ਰਿਹਾ। ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਨਵ ਸਥਾਪਿਤ ਗੁਰੂ ਰਾਮ ਸਿੰਘ ਚੇਅਰ ਬਾਰੇ ਵੀ ਉਹ ਮਹਿਸੂਸ ਕਰਦੇ ਹਨ ਕਿ ਨਾਮਧਾਰੀ ਸਿੱਖਾਂ ਜਿੰਨੀਆਂ ਕੁਰਬਾਨੀਆਂ ਇਸ ਮੁਲਕ ਤੇ ਕੌਮ ਦੀ ਸ਼ਾਨ ਬਹਾਲ ਕਰਨ ਲਈ ਦਿੱਤੀਆਂ ਹਨ, ਉਹਨਾਂ ਦੀ ਉਚਿਤ ਨਿਸ਼ਾਨਦੇਹੀ ਅਜੇ ਹੋਣੀ ਬਾਕੀ ਹੈ। ਉਹਨਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਜ਼ਿਕਰ ਕੀਤਾ ਕਿ ਅੰਮ੍ਰਿਤਸਰ ਯਾਤਰਾ ਦੌਰਾਨ ਹਰ ਆਮ ਖਾਸ ਯਾਤਰੂ ਜਲਿਆਂਵਾਲੇ ਬਾਗ ਤਾਂ ਸ਼ਰਧਾ ਦੇ ਫੁੱਲ ਭੇਟ ਕਰਨ ਜਾਂਦੇ ਹਨ, ਜਿੱਥੇ ਪੰਜਾਬੀਆਂ ਨੂੰ ਪਿੱਠਾਂ ਵਿੱਚ ਵੀ ਗੋਲੀਆਂ ਵੱਜੀਆਂ, ਪਰ ਜਿਨ੍ਹਾਂ ਆਪ ਗਲਾਂ 'ਚ ਫਾਂਸੀਆਂ ਦੇ ਰੱਸੇ ਪਾ ਸ਼ਹੀਦੀਆਂ ਮਾਈਆਂ
ਤੇ ਉਹਨਾਂ ਦੀ ਯਾਦਗਾਰ ਇਹ ਨਾਮਧਾਰੀ ਸ਼ਹੀਦੀ ਬੌੜ ਅਣਗੌਲਿਆ ਪਿਆ ਹੈ। ਤੇ ਉਹਨਾਂ ਦੀ ਯਾਦਗਾਰ ਇਹ ਨਾਮਧਾਰੀ ਸ਼ਹੀਦੀ ਬੋਹੜ ਅਣਗੌਲਿਆ ਪਿਆ ਹੈ। ਮੈਂ ਮਹਿਸੂਸ ਕੀਤਾ ਕਿ ਆਪਣੇ ਗੌਰਵਸ਼ਾਲੀ ਵਿਰਸੇ ਦੇ ਇਤਿਹਾਸਿਕ ਦਸਤਾਵੇਜ਼ਾਂ ਦੀ ਸਾਂਭ ਸੰਭਾਲ ਅਤੇ ਆਪਣੇ ਮਿੱਤਰਾਂ ਸ਼ਰਧਾਲੂਆਂ ਦੇ ਮੋਹ ਪ੍ਰਤੀ ਉਹ ਕਿੰਨੇ ਜਾਗਰੂਕ ਹਨ। ਉਹਨਾਂ ਸਰਦਾਰ ਬੂਟਾ ਸਿੰਘ ਹੰਸਪਾਲ ਦੇ ਪਰਿਵਾਰ ਨਾਲ ਮਾਤਮ ਪੁਰਸ਼ੀ ਕਰਨ ਤੋਂ ਇਲਾਵਾ ਹੋਰ ਵੀ ਕਈ ਥਾਈਂ ਜਾਣਾ ਸੀ। ਫਿਰ ਵੀ ਉਹ ਮੇਰੇ ਨਾਲ ਬੜੇ ਹੀ ਸਹਿਜ ਨਾਲ ਸੰਵਾਦ ਰਚਾ ਰਹੇ ਸਨ। ਉਹਨਾਂ ਸੇਵਕ ਰਛਪਾਲ ਸਿੰਘ ਨੂੰ ਆਦੇਸ਼ ਦਿੱਤਾ ਕਿ ਮੈਨੂੰ ਲਾਹੌਰੋਂ ਆਇਆ ਫਜ਼ਲ ਮੁਹੰਮਦ ਦਾ ਖੱਤ ਫੋਟੋ ਕਾਪੀ ਕਰਵਾ ਕੇ ਦੇਵੇ, ਜਿਸ ਦੇ ਪਰਿਵਾਰ ਨੂੰ ਉਹ ਲੱਭਣਾ ਚਾਹੁੰਦੇ ਸਨ। ਦੱਸ ਪੈਂਦੀ ਸੀ ਕਿ ਹੁਣ ਉਸ ਦਾ ਟੱਬਰ ਲਾਇਲਪੁਰ ਵਿੱਚ ਰਹਿੰਦਾ ਹੈ। ਮੈਂ ਕਿਹਾ ਅਫਜ਼ਲ ਅਹਿਸਨ ਰੰਧਾਵਾ ਵੀ ਤਾਂ ਲਾਇਲਪੁਰ ਹੀ ਹੈ, ਇਸ ਖੋਜ ਵਿੱਚ ਉਹ ਸਹਾਈ ਹੋ ਸਕਦਾ ਹੈ। ਉਹਨਾਂ ਕਿਹਾ ਫਿਰ ਤਾਂ ਕੰਮ ਹੋ ਹੀ ਗਿਆ ਸਮਝੋ। ਅਗਲੀ ਪਲਕ ਤੜਕੇਸਾਰ ਬਸੰਤ ਮੇਲੇ ਸੰਬੰਧੀ ਆਸਾ ਦੀਵਾਰ ਦਾ ਕੀਰਤਨ ਨਾਮਧਾਰੀ ਸ਼ਹੀਦੀ ਬੋਹੜ ਹੇਠ ਸੱਜਣਾ ਸੀ। ਉਹਨਾਂ ਮੈਨੂੰ ਤੜਕੇ ਕੇਸ਼ੀ ਇਸ਼ਨਾਨ ਕਰਕੇ ਪਹੁੰਚਣ ਲਈ ਗਿਆ। 1:30 ਵਜੇ ਮੇਰੀ ਜਾਗ ਖੁੱਲ੍ਹੀ। ਮੈਂ ਮਾਮੂਲੀ ਮੁਜ਼ਬ ਯੋਗਾ ਕਰਨ ਉਪਰੰਤ ਕੇਸ਼ੀ ਇਸ਼ਨਾਨ ਕਰਕੇ ਨਿਤਨੇਮ 'ਚ ਬਹਿ ਗਿਆ। 5 ਬਾਣੀਆਂ ਦੇ ਭੋਗ ਪੈਣ ਵੇਲੇ ਤੱਕ ਮੇਰੇ ਕੇਸ ਸੁੱਕ ਚੁੱਕੇ ਸਨ। ਤਿਆਰ ਹੋ ਕੇ ਦੀਵਾਨ ਵਿੱਚ ਪਹੁੰਚਾ ਤਾਂ ਰਾਗਾ ਵਿੱਚ ਕੀਰਤਨ ਚੱਲ ਰਿਹਾ ਸੀ। ਸੰਗਤ ਭਾਵੇਂ ਵਿਰਲੀ ਸੀ ਪਰ ਗੁਰਬਾਣੀ ਦੀ ਗੋਦ ਦਾ ਨਿੱਘ ਮਾਣ ਰਹੀ ਸੀ। ਮੈਂ ਮੂਰਲੀ ਕਤਾਰ ਵਿੱਚ ਜਾ ਬੈਠਾ। ਸਫੇਦ ਬਸਤਰਾਂ ਤੇ ਸਫੇਦ ਵਿਛੋਣਿਆਂ ਵਾਲੇ ਅਤ ਪਵਿੱਤਰ ਮਾਹੌਲ ਵਿੱਚ ਅਨੇਕਾਂ ਉਂਗਲਾਂ ਦੁਧੀਆਂ ਉੱਨੀ ਮਾਲਾ ਫੇਰ ਰਹੀਆਂ ਸਨ। ਹਰ ਇੱਕ ਰਸਨਾ ਸਿਮਰਨ ਵਿੱਚ ਲੀਨ ਸੀ ਤੇ ਹਰ ਇੱਕ ਕੰਨ ਗੁਰਬਾਣੀ ਵਿੱਚ ਗੁਣੁੰਦੇ ਨੇਤਰ ਸ਼ਾਇਦ ਹੀ ਕਿਸੇ ਦੇ ਖੁੱਲ੍ਹੇ ਹੋਣ। ਜਦੋਂ ਸ਼੍ਰੀ ਸਾਗੂ ਜਗਜੀਤ ਸਿੰਘ ਜੀ ਨੇ ਪੰਡਾਲ ਵਿੱਚ ਪ੍ਰਵੇਸ਼ ਕੀਤਾ ਤਾਂ ਸਾਰੀ ਸੰਗਤ ਆਪਣੇ ਆਪਣੇ ਆਸਨ 'ਤੇ ਖਲੋ ਗਈ। ਮੈਂ ਅਜੇ ਆਪਣੀ ਥਾਂ 'ਤੇ ਹੀ ਖੜਾ ਸੀ ਕਿ ਸੇਵਕ ਰਛਪਾਲ ਦੀ ਨਿਗਾਹ ਪੈ ਗਈ। ਉਸ ਨੇ ਪ੍ਰਧਾਨ ਸਾਹਿਬ ਨੂੰ ਭੇਜ ਕੇ ਮੈਨੂੰ ਮੰਚ 'ਤੇ ਬੁਲਾ ਲਿਆ। ਬਹਿੰਦਿਆਂ ਹੀ ਸਤਿਗੁਰਾਂ ਮੇਰੀ ਫਤਿਹ ਕਬੂਲਣ ਉਪਰੰਤ ਸੇਵਕ ਰਛਪਾਲ ਸਿੰਘ ਵੱਲ ਇਸ਼ਾਰਾ ਕੀਤਾ ਤੇ ਰਛਪਾਲ ਸਿੰਘ ਨੇ ਮੈਨੂੰ ਫੋਟੋ ਸਟੇਟ ਹੋਏ ਦੇ 2 ਕਾਗਜ਼ ਫੜਾਏ। ਇਹ ਲਾਹੌਰੋਂ ਆਇਆ ਫਜ਼ਲ ਮੁਹੰਮਦ ਦਾ ਖੱਤ ਸੀ। ਮੈਂ ਵੀ ਉਸ ਵੱਲ ਇੱਕ ਲਿਫਾਫਾ ਵਧਾਇਆ ਜਿਸ ਵਿੱਚ ਇੰਗਲੈਂਡ ਨਿਵਾਸੀ ਸਰਦਾਰ ਸੁਰਜੀਤ ਸਿੰਘ ਜੀਤ ਦੀ ਲਿਖੀ ਹੋਈ ਮਹਾਰਾਜਾ ਦਲੀਪ ਸਿੰਘ ਸੰਬੰਧੀ ਪੁਸਤਕ ਸੀ, ਜੋ ਹੁਣੇ ਜਿਹੇ ਸਾਡੀ ਯੂਨੀਵਰਸਿਟੀ ਨੇ ਛਾਪੀ ਸੀ। ਫਿਰ ਸਾਰੀ ਸੰਗਤ ਦੇ ਬਿਰਾਜਣ ਤੱਕ ਮਾਹੌਲ ਸੰਘਣਾ ਹੋ ਗਿਆ। ਦੂਰ ਤੱਕ ਸਫੇਦ ਗੁਰਮੁਖੀ ਦਸਤਾਰੇ ਤੇ ਸਫੇਦ ਦੁਪੱਟਿਆਂ ਵਾਲਾ ਆਭਾ ਮੰਡਲ ਸਾਗੂ ਜਗਜੀਤ ਸਿੰਘ ਜੀ ਦੀ ਹੋਂਦ ਦਾ ਹੀ ਪ੍ਰਭਾ ਮੰਡਲ ਜਾਪ ਰਿਹਾ ਸੀ, ਜਿਵੇਂ ਉਹ ਇੱਕ ਦੇ ਅਨੇਕ ਹੋ ਗਏ ਹੋਣ। ਪੌ ਫੁਟਾਲੇ ਤੱਕ ਇੱਕ ਚਾਨਣ ਦਾ ਗੋਲਾ ਨਜ਼ਰਾਂ ਦੀ ਹੱਦ ਤੱਕ ਫੈਲਦਾ ਗਿਆ। ਆਸਾ ਦੀ ਵਾਰ ਸਿਰਫ ਗਾਈ ਨਹੀਂ ਸੀ ਜਾ ਰਹੀ, ਸਗੋਂ ਜੀਵੀ ਜਾ ਰਹੀ ਸੀ, ਜਿਵੇਂ ਹਰ ਇੱਕ ਸਰੀਰ ਇਸ ਦੀ ਸ਼ਿੱਦਤ ਨੂੰ ਆਤਮਾ ਦੇ ਤਾਲ 'ਤੇ ਮਹਿਸੂਸ ਕਰ ਸਕੇ। ਸ਼ਾਇਦ ਇਸੇ ਲਈ ਸਟੇਜ 'ਤੇ ਪੈਂਦੀਆਂ ਪੀਲੀਆਂ ਤੇਜ਼ ਰੌਸ਼ਨੀਆਂ ਵੀ ਵੀਡੀਓ ਕੈਮਰੇ ਅਤੇ ਮਾਈਕ ਆਦਿ ਸਤਿਗੁਰੂ ਜੀ ਨੇ ਆਉਂਦਿਆਂ ਹੀ ਬੰਦ ਕਰਵਾ ਦਿੱਤੇ ਸਨ। ਹੁਣ ਸਿਰਫ ਟਿਊਬਾਂ ਦੀ ਨੀਮ ਦੁਧੀਆ ਚਾਨਣੀ ਸੀ, ਜਿਸ ਵਿੱਚ ਬੋਲਾਂ ਦੇ ਅੰਤਕਰਨ ਦਾ ਮੁਹਾਂਦਰਾ ਗ੍ਰਹਿਣ ਕਰਨ ਲਈ ਹਰੇਕ ਸਰੀਰ ਨੂੰ ਆਪਣਾ ਧਿਆਨ ਵੰਗਾਰਨਾ ਪੈਂਦਾ ਸੀ। ਉਹ ਸੁਤੇ ਸਿੱਧ ਇੰਦਰੀਆਂ ਦੀ ਇਕਾਗਰਤਾ ਦਾ ਅਭਿਲਾਸ਼ੀ ਹੋ ਕੇ ਹੀ ਦੀਵਾਨ ਵਿੱਚ ਬਹੁ ਪਰਤੀ ਹਾਜ਼ਰੀ ਦਾ ਲਖਾਇਕ ਹੋ ਸਕਦਾ ਸੀ। ਤੇ ਇਹ ਸਭ ਮੇਰੇ ਸਾਹਮਣੇ ਹੀ ਹੋ ਰਿਹਾ ਸੀ। ਜਦੋਂ ਕੀਰਤਨੀਏ ਗਾਇਨ ਕਰ ਰਹੇ ਸਨ ਤਾਂ ਵਿੱਚ ਸਤਿਗੁਰੂ ਜੀ ਆਪ ਆਲਾਪ ਲੈਣ ਲੱਗਦੇ। ਕੀਰਤਨੀਏ ਸੁੰਨ ਹੋ ਜਾਂਦੇ, ਸਾਰੀ ਸੰਗਤ ਸਰਵਣ ਰੂਪ ਹੋ ਜਾਂਦੀ। ਸਾਰੇ ਪੰਡਾਲ ਦਾ ਧਿਆਨ ਮੰਚ ਉੱਪਰੋਂ ਉੱਠਦੀ ਇੱਕ ਲੈਅ ਨਾਲ ਸੁਰ ਹੋ ਜਾਂਦਾ। ਫਿਰ ਸਾਗੁਰ ਜੀ ਦੇ ਇਸ਼ਾਰੇ 'ਤੇ ਰਾਗੀ ਉਹਨਾਂ ਬੋਲਾਂ ਨੂੰ ਦੁਹਰਾ ਕੇ ਤਾਲ ਦੀ ਗਹਿਰਾਈ ਮਾਪਣ ਦੀ ਕੋਸ਼ਿਸ਼ ਕਰਦੇ, ਵਾਰ-ਵਾਰ ਦੁਹਰਾਉਂਦੇ। ਅਤੇ ਜਦੋਂ ਤੱਕ ਸਤਿਗੁਰਾਂ ਦੀ ਤਸੱਲੀ ਨਾ ਹੋ ਜਾਂਦੀ, ਉਹ ਉਸ ਪੰਕਤੀ ਨੂੰ ਆਪ ਉਚਾਰ ਕੇ ਗਾ ਕੇ ਦੱਸਣ ਤੋਂ ਰੱਤੀ ਵੀ ਸੰਕੋਚ ਨਾ ਕਰਦੇ।
ਇਹ ਅਧਿਐਨ ਤੇ ਅਧਿਆਪਨ ਦਾ ਬੇਹੱਦ ਸਫਲਾ ਢੰਗ ਅਤੇ ਆਦਰਸ਼ਕ ਰੂਪ ਸੀ, ਜਿਸ ਦਾ ਮੈਂ ਚਸ਼ਮਦੀਦ ਗਵਾਹ ਹਾਂ। ਆਸਾ ਦੀ ਵਾਰ ਦੇ ਭੋਗ ਉਪਰੰਤ ਚੱਲ ਰਹੇ ਸਹਿਜ ਪਾਠਾਂ ਦੇ ਭੋਗ ਲਈ ਪਾਠੀ ਸਿੰਘਾਂ ਨੇ 9ਵੇਂ ਮਹੱਲੇ ਦੇ ਸਲੋਕਾਂ ਦਾ ਪਾਠ ਆਰੰਭਿਆ। ਸਹਿਜ ਪਾਠਾਂ ਦੇ ਭੋਗ ਪਾਏ ਗਏ, ਅਰਦਾਸ ਹੋਈ ਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤੀ। ਅਰਦਾਸ ਉਪਰੰਤ ਨਿੱਜੀ ਬੇਨਤੀਆਂ ਕਰਨ ਵਾਲਿਆਂ ਵਿੱਚ ਉਹ ਸਿੰਘ ਵੀ ਸ਼ਾਮਲ ਸੀ ਜਿਸ ਉੱਪਰ ਅੰਮ੍ਰਿਤ ਵੇਲੇ ਲੰਗਰ ਤਿਆਰ ਕਰਦਿਆਂ ਕੜਾਹ ਪ੍ਰਸ਼ਾਦ ਦੀ ਦੇਗ ਉਲਟ ਗਈ ਸੀ। ਸਤਿਗੁਰਾਂ ਉਸ ਦੀ ਤੰਦਰੁਸਤੀ ਦੀ ਦੁਆ ਕਰਦਿਆਂ ਉਸ ਨੂੰ ਕੱਚੇ ਆਲੂ ਫੇ ਕੇ ਛਾਲਿਆਂ 'ਤੇ ਲੇਪ ਕਰਨ ਦਾ ਸੁਝਾਅ ਦਿੱਤਾ। ਐਵੇਂ ਹੋਰਨਾਂ ਸੰਗਤਾਂ ਦੇ ਦੁੱਖਾਂ ਦਾ ਦਾਰੂ ਦੱਸਦੇ ਉਹ ਅਗਲੇ ਪੜਾਅ ਨੂੰ ਚਾਲੇ ਪਾਉਣ ਲਈ ਤਿਆਰ ਹੋ ਗਏ। ਦੁਪਹਿਰੇ ਉਹਨਾਂ ਨਵਾਂ ਸ਼ਹਿਰ ਵਿੱਚ ਆਯੋਜਿਤ ਦੀਵਾਨ ਵਿੱਚ ਪਹੁੰਚਣਾ ਸੀ। ਜਾਣ ਵੇਲੇ ਸੰਗਤਾਂ ਦਾ ਭਾਰੀ ਇਕੱਠ ਇੱਕਦਮ ਸਟੇਜ ਵੱਲ ਉਮੜ ਰਿਹਾ ਸੀ। ਸਟੇਜ 'ਤੇ ਖੜੇ ਨਿਕਟਵਰਤੀਆਂ ਸੇਵਾਦਾਰਾਂ, ਸੂਬਿਆਂ ਤੇ ਪ੍ਰਧਾਨਾਂ ਨੇ ਵੀ ਉਹਨਾਂ ਦੁਆਲੇ ਝੁਰਮਟ ਜਿਹਾ ਬਣਾ ਲਿਆ ਸੀ ਤੇ ਮੈਂ ਬਿਨਾਂ ਉਚੇਚ ਜਿਵੇਂ ਆਪਣੀ ਥਾਂ 'ਤੇ ਹੀ ਖੜੇ ਦਾ ਖੜਾ ਰਹਿ ਗਿਆ ਸੀ ਕਿ ਅਚਾਨਕ ਉਹਨਾਂ ਝੁਰਮਟ ਵਿੱਚੋਂ ਰਹਿਮਤ ਭਰੀ ਨਜ਼ਰ ਮੇਰੇ 'ਤੇ ਪਾ ਕੇ ਆਪਣੀਆਂ ਭਾਵਾਂ ਚੜਾਉਂਦਿਆਂ ਬੜੀ ਕੋਮਲ ਅਦਾ ਵਿੱਚ ਅਜਿਹਾ ਇਸ਼ਾਰਾ ਕੀਤਾ ਜਿਹੜਾ ਕਿਸੇ ਕਰੀਬੀ ਮਿੱਤਰ ਨੂੰ ਗਲੇ ਨਾਲੋਂ ਵਿਛੋੜਦਿਆਂ ਕਹਿ ਰਿਹਾ ਹੋਵੇ, ਅੱਛਾ ਫਿਰ ਮਿਲਾਂਗੇ। ਸਟੇਜ 'ਤੇ ਖੜੇ ਝੁਰਮਟ ਦਾ ਧਿਆਨ ਇੱਕਦਮ ਮੇਰੇ ਵੱਲ ਹੋਇਆ, ਪਰ ਮੈਂ ਅਬੋਲ ਅਡੋਲ ਆਪਣੀ ਥਾਂ 'ਤੇ ਹੀ ਖੜਾ ਉੱਥੋਂ ਆ ਕੇ ਅਜੇ ਉੱਥੇ ਹੀ ਖੜਾ ਹਾਂ ਜਿੱਥੇ ਸਤਿਗੁਰੂ ਜੀ ਫਿਰ ਮਿਲਣ ਦਾ ਵਾਅਦਾ ਆਪਣੀ ਮਿੱਠੀ ਤਕਣੀ ਨਾਲ ਦੇ ਗਏ ਨੇ। ਸਾਰੇ ਆਖ ਲਈਏ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ।